खालसा वाहिगुरु जी की फतेह। सतगुरु जी ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਵਿਚਾਰ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਿ ਜੀਵ ਅਵਸਥਾ ਕੀ ਹੈ। ਆਪਾਂ ਸਾਰੇ ਹੀ ਆਖਦੇ ਹਾਂ ਆਮ ਜੋ ਕਥਾ ਵਿਚਾਰਾਂ ਅਤੇ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ ਜੀਵ ਕਿਸ ਨੂੰ ਆਖਿਆ ਹੈ। सतगुरु सच्चे पातशाह जी जे प्यारे हो, सतगुरु जी दे गुरमुख हो, गुरसिख हो, आपां विचार करनी है सतगुरु सच्चे पातशाह महाराज जी दी, गुरुदेव महाराज जी दी मेहर नाल जीव की है, जीव आत्मा की है, आत्म की है। गुरु जी दे प्यारे हो, सानू जीव क्यों कहा गया है। सतगुरु गुरुदेव महाराज जी दे प्यारे हो, अकाल पुरख दे प्यारे हो, सतगुरु महाराज सच्चे पातशाह बचन करते हैं मन तू जोत स्वरूप है अपना मूल पछाण। सतगुरु गुरुदेव महाराज जी ने फरमान किया है कि ए जीव ए बंदे तेरा असल स्वरूप जोत स्वरूप है, तू वाहिगुरु दा प्रकाश है, पर तू अपने आप नू जानना कर, अपने आप नू सिमरन दे द्वारा जानना कर। जदों इस मातलोक दे विच किसी भी आत्मा नू अकाल पुरख वाहिगुरु ने भेजना हुंदा है तां ओह किस तरह भेजदे हन गुरमुखो। रूह दे आउण वास्ते रस्ते तां बहुत हन। रूहां सूक्ष्म रूप दे विच भी आ सकदियां हन, निराकार रूप दे विच भी आ सकदियां हन। जिस तरह गुरु महाराज जी दा अपना स्वरूप जो है निराकार है, प्रकाश रूप है, जोत स्वरूप है। पर जीव आत्मा ने जदों संसार ते आके कोई यात्रा शुरू करनी हुंदी है, कोई कारज करना हुंदा है, तां ओह माता दे गर्भ दे द्वारा शरीर धारण करदी है। तो इस तरह ਜਿਹੜੀ ਜੀਵਾਤਮਾ ਹੈ ਜਦੋਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਰੀਰ ਧਾਰਨ ਕਰਦੀ ਹੈ, 9 ਮਹੀਨੇ ਮਾਤਾ ਦੇ ਗਰਭ 'ਚ ਰਹਿੰਦੀ ਹੈ ਆਤਮਾ। ਉਸ ਤੋਂ ਬਾਅਦ ਵਿੱਚ ਇਸ ਦਾ ਸਰੀਰ ਜਨਮ ਲੈਂਦਾ ਹੈ। ਮਾਤਾ ਦੇ ਗਰਭ ਤੋਂ ਬਾਹਰ ਆ ਕੇ ਇਹ ਜੋ ਸਰੀਰ ਹੈ ਵਧਣਾ ਫੁੱਲਣਾ ਸ਼ੁਰੂ ਹੁੰਦਾ ਹੈ। ਗੁਰੂ ਜੀ ਦੇ ਪਿਆਰਿਓ, ਜਦੋਂ ਇਹ ਸਰੀਰ ਵਧਣਾ ਅਤੇ ਫੁੱਲਣਾ ਸ਼ੁਰੂ ਹੁੰਦਾ ਹੈ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਸ ਦੇ ਅੰਦਰ 4 ਤਰ੍ਹਾਂ ਦੀ ਬਿਰਤੀ ਜੋ ਹੈ ਪੈਦਾ ਹੁੰਦੀ ਹੈ, ਜਿਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ। ਉਹ 4 ਅਵਸਥਾਵਾਂ ਕਿਹੜੀਆਂ ਹਨ ਗੁਰੂ ਜੀ ਦੇ ਪਿਆਰਿਓ? ਸੁਰਤ, ਮਤ, ਮਨ ਅਤੇ ਬੁੱਧੀ ਸਾਡੇ ਅੰਦਰ ਪੈਦਾ ਹੁੰਦੀ ਹੈ। ਗੁਰਮੁਖੋ, ਸਾਡੇ ਅੰਦਰ ਸੁਰਤੀ ਪੈਦਾ ਹੁੰਦੀ ਹੈ, ਸਾਡੇ ਅੰਦਰ ਮਤ ਪੈਦਾ ਹੁੰਦੀ ਹੈ, ਸਾਡੇ ਅੰਦਰ ਮਨ ਪੈਦਾ ਹੋ ਜਾਂਦਾ ਹੈ ਜੋ ਕਿ ਚੀਜ਼ਾਂ ਨੂੰ ਸਮਝਦਾ ਹੈ, ਸਾਡੇ ਅੰਦਰ ਬੁੱਧੀ ਪੈਦਾ ਹੋ ਜਾਂਦੀ ਹੈ ਗੁਰਮੁਖੋ, ਜੋ ਕਿ ਨਿਰਣਾ ਕਰਦੀ ਹੈ। ਪਰ ਗੁਰੂ ਜੀ ਦੇ ਪਿਆਰਿਓ, ਇਹ ਚਾਰੇ ਵਸਤੂਆਂ ਹੀ ਸਾਡੇ ਅੰਦਰ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਸਰੀਰ ਦੇ ਵਿੱਚ ਆ ਜਾਂਦੇ ਹਾਂ, ਜਦੋਂ ਉਹ ਜਿਹੜੀ ਜੋਤ ਹੈ ਸੁਰਤ, ਮਤ, ਮਨ ਅਤੇ ਬੁੱਧ ਦਾ ਰੂਪ ਲੈ ਲੈਂਦੀ ਹੈ ਗੁਰੂ ਜੀ ਦੇ ਪਿਆਰਿਓ। ਪਰ ਆਪਾਂ ਜੇ ਇਸ ਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ, ਕਿਉਂਕਿ ਵਿਦਾਂਤ ਦੇ ਮਾਧਿਅਮ ਦੇ ਨਾਲ ਜੇ ਸਮਝਣਾ ਹੋਵੇ ਇਹ ਬੜਾ ਲੰਬਾ ਅਤੇ ਚੌੜਾ ਕਾਰਜ ਹੋ ਜਾਏਗਾ, ਜੋ ਕਿ ਆਪਾਂ ਨੂੰ ਸਮਝਣ ਦੇ ਲਈ ਇੰਨਾ ਆਕਰਸ਼ਕ ਨਹੀਂ ਲੱਗੇਗਾ। ਗੁਰੂ ਜੀ ਦੇ ਪਿਆਰਿਓ, ਸੌਖੇ ਸ਼ਬਦਾਂ ਦੇ ਵਿੱਚ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਗੁਰੂ ਜੀ ਦੇ ਪਿਆਰਿਓ, ਜੀਵ ਉਹ ਹੈ ਜੋ ਆਪਣੇ ਆਪ ਨੂੰ ਆਕਾਰ ਸਮਝਦਾ ਹੈ। ਗੁਰੂ ਜੀ ਦੇ ਪਿਆਰਿਓ, ਜੀਵ ਕੌਣ ਹੈ? ਜੋ ਆਕਾਰ ਸਮਝਦਾ ਹੈ, ਜੋ ਆਪਣਾ ਨਾਮ ਸਮਝਦਾ ਹੈ। ਮੈਂ ਫਲਾਨਾ ਸਿੰਘ ਹਾਂ, ਮੈਂ ਫਲਾਨੀ ਕੌਰ ਹਾਂ, ਮੈਂ ਬੱਚਾ ਹਾਂ, ਮੈਂ ਬੁੱਢਾ ਹਾਂ, ਮੈਂ ਇਸ ਸਰੀਰ ਦੇ ਵਿੱਚ ਰਹਿੰਦਾ ਹਾਂ। ਇਹ ਜੀਵ ਦੀ ਗੁਰਮੁਖੋ ਪਰਿਭਾਸ਼ਾ ਹੈ। ਅਤੇ ਜੀਵ ਨੂੰ ਅਗਿਆਨ ਹੁੰਦਾ ਹੈ। ਜੀਵ ਨੂੰ ਕੀ ਅਗਿਆਨ ਹੁੰਦਾ ਹੈ? ਜੀਵ ਨੂੰ ਇਹੀ ਅਗਿਆਨ ਹੁੰਦਾ ਹੈ ਕਿ ਮੈਂ ਇੱਕ ਦਿਨ ਮਰ ਜਾਵਾਂਗਾ, ਮੇਰੀ ਇੱਕ ਦਿਨ ਮ੍ਰਿਤਿੂ ਹੋ ਜਾਏਗੀ, ਮੈਂ ਫਲਾਨੀ ਤਰੀਕ ਨੂੰ ਜਨਮ ਲਿਆ ਸੀ, ਇਹ ਮੇਰੀ ਮਾਤਾ ਹੈ, ਮੈਂ ਇਸ ਦੇ ਗਰਭ ਤੋਂ ਜਨਮ ਲਿਆ ਹੈ, ਇਹ ਮੇਰਾ ਪਿਤਾ ਹੈ, ਮੈਂ ਇਸ ਦਾ ਅੰਸ਼ ਹਾਂ, ਇਹ ਮੇਰੇ ਭਾਈ ਭੈਣ ਹਨ। ਸੋ ਗੁਰਮੁਖੋ, ਜੇ ਹੁਣ ਆਪਾਂ ਗੱਲ ਕਰੀਏ ਬਈ ਅਸਲ ਵਸਤੂ ਹੈ ਕਿਹੜੀ? ਅਸਲ ਵਸਤੂ ਗੁਰਮੁਖੋ ਜੋ ਹੈ ਵਾਹਿਗੁਰੂ, ਅਸਲ ਵਸਤ ਜੋ ਹੈ ਅਕਾਲ ਪੁਰਖ ਨੇ ਬਣਾਈ ਹੈ, ਉਹ ਬਿਲਕੁਲ ਨਿਰਾਕਾਰ ਹੈ। ਉਸ ਦਾ ਕੋਈ ਰੂਪ ਅਤੇ ਰੰਗ ਨਹੀਂ ਹੈ ਗੁਰਮੁਖੋ। ਜਦੋਂ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਤੋਂ ਗੁਰਮੰਤਰ ਦੀ ਦਾਤ ਲੈ ਲੈਂਦਾ ਹੈ, ਅੰਮ੍ਰਿਤ ਦੀ ਦਾਤ ਲੈ ਲੈਂਦਾ ਹੈ ਅਤੇ ਉਸ ਤੋਂ ਬਾਅਦ ਵਿੱਚ ਉਸ ਨਾਮ ਨੂੰ ਜਪਣਾ ਕਰਦਾ ਹੈ। ਦਿਨ ਰਾਤ ਉਸ ਨਾਮ ਦਾ ਅਭਿਆਸ ਕਰਦਾ ਹੈ ਗੁਰਮੁਖੋ। ਬੈਖਰੀ, ਮਧਮਾ, ਪਸੰਤੀ, ਪਰਾਵਸਥਾ ਨੂੰ ਪਾਰ ਕਰਦਾ ਹੋਇਆ, ਰੋਮ ਰੋਮ ਸਿਮਰਨ ਦੀ ਅਵਸਥਾ, ਅਨਹਦ ਸ਼ਬਦ ਦੀ ਅਵਸਥਾ ਨੂੰ ਪਾਰ ਕਰਦਾ ਹੋਇਆ ਜਦੋਂ ਅਕਾਲ ਪੁਰਖ ਦੇ ਨਿਰਗੁਣ ਮੰਡਲ ਵਿੱਚ ਜਾਂਦਾ ਹੈ, ਉੱਥੇ ਕੀ ਦੇਖਦਾ ਹੈ? ਉੱਥੇ ਇੱਕੋ ਹੀ ਚੀਜ਼ ਦੇਖਦਾ ਹੈ
ਕਿ ਨਾ ਤਾਂ ਮੇਰਾ ਕਦੇ ਜਨਮ ਹੋਇਆ ਹੈ, ਨਾ ਹੀ ਮੈਂ ਕਦੇ ਮਰਾਂਗਾ। ਇਸ ਨੂੰ ਇਹ ਸੰਸਾਰ ਫੁਰਨੇ ਦੇ ਨਿਆਈ ਪ੍ਰਤੀਤ ਹੁੰਦਾ ਹੈ। ਇਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸੰਸਾਰ ਕੇਵਲ ਔਰ ਕੇਵਲ ਇੱਕ ਬੁਲਬੁਲਾ ਹੈ ਜੋ ਕਿ ਕਿਸੇ ਵੀ ਵੇਲੇ ਫੁੱਟ ਜਾਏਗਾ। ਜਿਸ ਤਰ੍ਹਾਂ ਨਾਵੇਂ ਪਾਤਸ਼ਾਹ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਜਾਣ ਲਿਓ ਰੇ ਮੀਤ। ਜਾਨ ਕਿਸ ਤਰ੍ਹਾਂ ਲਵਾਂਗੇ ਗੁਰੂ ਜੀ ਦੇ ਪਿਆਰਿਓ, ਆਪਾਂ ਮੰਨ ਲਿਆ ਹੈ ਪਰ ਜਾਣਿਆ ਨਹੀਂ ਹੈ। ਕਹੋ ਕਬੀਰ ਹਮ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੈ ਲੋਕ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਜਾਣਨਾ ਹੈ ਗੁਰਮੁਖੋ, ਕਿਲਾ ਮੰਨ ਕੇ ਨਹੀਂ ਸਰਨਾ। ਜਾਣਨ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਹੈ, ਜਿਸ ਨੂੰ ਤੂੰ ਜਾਣ ਆਇਆ ਹੈ ਸੋਈ ਜਨ ਜਾਣੈ। ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜਣਾਉਂਦੇ ਹਨ ਉਹੀ ਜਨ ਜਾਣ ਸਕਦਾ ਹੈ। ਪਰ ਕੌਣ ਜਾਣਦਾ ਹੈ ਗੁਰਮੁਖੋ? ਜੋ ਸਤਿਗੁਰੂ ਜੀ ਦੀ ਸ਼ਰਨ ਆ ਜਾਂਦਾ ਹੈ, ਜੋ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਦਸੇ ਪਾਤਸ਼ਾਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਆ ਜਾਂਦਾ ਹੈ, ਉਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਣਾਉਣਾ ਕਰਦੇ ਹਨ ਗੁਰਮੁਖੋ। ਕਿਉਂਕਿ ਸਤਿਗੁਰੂ ਮਹਾਰਾਜ ਜੀਓ ਪਰਮੇਸ਼ਰ ਸਰੂਪ ਹਨ। ਸਤਿਗੁਰੂ ਅਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੈ। ਸਾਨੂੰ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਭਾਸਦਾ ਹੈ ਕਿ ਗੁਰਦੇਵ ਮਹਾਰਾਜ ਜੀ ਨੇ ਸਰੀਰ ਧਾਰਨ ਕੀਤਾ ਹੈ ਗੁਰਮੁਖੋ। ਹਾਂ, ਸਰੀਰ ਧਾਰਨ ਕੀਤਾ ਹੈ ਗੁਰਮੁਖੋ। ਸਾਡੇ ਕਲਿਆਣ ਵਾਸਤੇ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕੀਤੇ ਹਨ ਅਤੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਰੂਪ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਿਰਾਜਮਾਨ ਹਨ ਗੁਰਮੁਖੋ। ਅਤੇ 5 ਪਿਆਰਿਆਂ ਦੇ ਦੁਆਰਾ ਸਾਨੂੰ ਨਾਮ ਦੀ ਦਾਤ ਸਤਿਗੁਰੂ ਮਹਾਰਾਜ ਅੱਜ ਵੀ ਦੇ ਰਹੇ ਹਨ। ਪਰ ਗੁਰੂ ਜੀ ਦੇ ਪਿਆਰਿਓ, ਜੀਵ ਅਤੇ ਆਤਮਾ ਕੀ ਹੈ? ਜੀਵ ਉਹ ਹੈ ਜੋ ਅਗਿਆਨ ਦੇ ਵਿੱਚ ਹੈ, ਆਤਮ ਉਹ ਹੈ ਜੋ ਗਿਆਨ ਦੇ ਵਿੱਚ ਹੈ ਗੁਰਮੁਖੋ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ, ਗਿਆਨੀ ਕੌਣ ਹੈ? ਗਿਆਨੀ ਕਿਸ ਨੂੰ ਆਖਿਆ ਜਾਂਦਾ ਹੈ? ਆਪਾਂ ਜਪਜੀ ਸਾਹਿਬ 'ਚ ਪੜਿਆ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਇਸ ਅਵਸਥਾ ਨੂੰ ਗਿਆਨਵਾਨ ਦੀ ਅਵਸਥਾ ਕਿਹਾ ਗਿਆ ਹੈ। ਜੋ ਗਿਆਨਵਾਨ ਹੈ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਦੋਂ ਉਹ ਨਾਮ ਸਿਮਰਨ ਦਾ ਅਭਿਆਸ ਕਰਦੇ ਉਸ ਨਿਰਗੁਣ ਵਾਹਿਗੁਰੂ ਦੇ ਵਿੱਚ ਚਲਿਆ ਜਾਂਦਾ ਹੈ ਗੁਰਮੁਖੋ, ਉਸ ਦੀ ਸੁਰਤ ਸਦਾ ਹੀ ਉੱਥੇ ਟਿਕੀ ਰਹਿੰਦੀ ਹੈ ਗੁਰਮੁਖੋ, ਤਾਂ ਉਸ ਨੂੰ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ। ਉਸ ਦਾ ਧਿਆਨ ਉਸ ਅਵਸਥਾ ਵਿੱਚ ਪਰਪੱਕ ਹੋ ਜਾਂਦਾ ਹੈ ਗੁਰਮੁਖੋ। ਉਸ ਅਵਸਥਾ ਦੇ ਵਿੱਚ ਇੰਨਾ ਜ਼ਿਆਦਾ ਪਰਪੱਕ ਹੋ ਜਾਂਦਾ ਹੈ, ਫਿਰ ਉਹ ਵਿਚਾਰ ਕਰਦਾ, ਗੱਲਾਂ ਕਰਦਾ, ਕੋਈ ਸੰਸਾਰਿਕ ਕਾਰਜ ਕਰਦਾ ਹੋਇਆ ਵੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਟਿਕਿਆ ਰਹਿੰਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਤੋਂ ਉੱਚੀ ਕੋਈ ਵਸਤੂ ਹਾਂ ਅਤੇ ਉਹ ਵਸਤੂ ਨੂੰ ਜਾਣ ਲੈਂਦਾ ਹੈ ਗੁਰਮੁਖੋ। ਜੇ ਮੈਂ ਖੁੱਲ ਕੇ ਗੱਲ ਕਰਾਂ ਤਾਂ ਉਹ ਇਹ ਜਾਣ ਲੈਂਦਾ ਹੈ ਕਿ ਮੈਂ ਅਤੇ ਵਾਹਿਗੁਰੂ ਇੱਕੋ ਹੀ ਹਾਂ। ਮੈਂ ਅਤੇ ਵਾਹਿਗੁਰੂ ਬਹੁਤ ਚਿਰ ਤੋਂ ਇੱਕ ਹੀ ਹਾਂ। ਚਿਰ ਤੋਂ ਕੀ, ਅਸੀਂ ਸਦਾ ਇੱਕ ਹੀ ਸੀ, ਅਸੀਂ ਅੱਗੇ ਵੀ ਇੱਕ ਹੀ ਰਹਾਂਗੇ। ਸਾਡੇ ਵਿੱਚ ਕੋਈ ਭੇਦ ਅਤੇ ਭਾਵ ਨਹੀਂ ਹੈ। ਪਰ ਇਸ ਅਵਸਥਾ ਨੂੰ ਜਾਣਦਾ ਹੋਇਆ ਉਹ ਸੰਸਾਰ ਦੇ ਵਿੱਚ ਇਸ ਭ੍ਰਮ ਨੂੰ ਪੈਦਾ ਨਹੀਂ ਕਰਦਾ ਕਿ ਉਹ ਰੱਬ ਹੈ। ਨਹੀਂ, ਉਹ ਆਪਣੇ ਆਪ ਨੂੰ ਨਿਮਾਣਾ ਜਣਾਉਂਦਾ ਹੈ ਗੁਰਮੁਖੋ। ਸੋ ਜਿਹੜੇ ਜੀਵ ਹਨ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਭ੍ਰਾਂਤੀਆਂ ਹਨ। ਉਹ ਆਪਸ ਵਿੱਚ ਝਗੜਾ ਕਰਦੇ ਹਨ, ਉਹ ਆਪਸ ਵਿੱਚ ਕਲੇਸ਼, ਕ੍ਰੋਧ, ਹੋਰ ਤਰ੍ਹਾਂ ਦੇ ਕਾਰਜ ਕਰਦੇ ਹਨ ਗੁਰਮੁਖੋ। ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੇ ਸਤਿਗੁਰੂ ਦੀ ਸ਼ਰਨ ਆਏ ਹਨ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਜਿਨ੍ਹਾਂ ਦੀ ਅੰਦਰੋਂ ਅਵਸਥਾ ਖੁੱਲੀ ਹੈ ਗੁਰਮੁਖੋ, ਉਹਨਾਂ ਦੇ ਅੰਦਰ ਗਿਆਨ ਪੈਦਾ ਹੋਇਆ ਹੈ। ਕਹੋ ਕਬੀਰ, ਗਿਆਨ ਕੀ ਆਈ ਆਂधी, ਉਹਨਾਂ ਦੇ ਅੰਦਰ ਗਿਆਨ ਦਾ ਪ੍ਰਗਾਸ ਹੋਇਆ ਹੈ ਗੁਰਮੁਖੋ। ਉਹ ਗਿਆਨ ਕੀ ਕਰਦਾ ਹੈ? ਉਹ ਗਿਆਨ ਉਹਨਾਂ ਦੀ ਸੁਰਤ ਨੂੰ ਹਮੇਸ਼ਾ ਉੱਚਾ ਚੱਕ ਕੇ ਰੱਖਦਾ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਟ ਆਨੰਦ ਗੁਰਮੁਖੋ। ਸੋ ਉਹਨਾਂ ਦੇ ਅੰਦਰ ਕਰੋੜਾਂ ਹੀ ਤਰ੍ਹਾਂ ਦਾ ਆਨੰਦ ਪੈਦਾ ਹੁੰਦਾ ਹੈ। ਉਹ ਆਨੰਦ ਦੱਸਣ ਤੋਂ ਬਾਹਰ ਦਾ ਹੈ ਗੁਰਮੁਖੋ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਆਨੰਦ ਤਾਂ ਸਾਰੇ ਹੀ ਕਹਿ ਰਹੇ ਹਨ, ਪਰ ਆਨੰਦ ਹੈ ਕਿਸ ਤਰ੍ਹਾਂ? ਆਪਾਂ ਕਿਸੇ ਨੂੰ ਮਿਲਦੇ ਹਾਂ ਤਾਂ ਸਾਰੇ ਹੀ ਆਖ ਦਿੰਦੇ ਹਨ, ਹੋਰ ਭਾਈ ਕਿਸ ਤਰ੍ਹਾਂ ਹੈ? ਆਨੰਦ ਹੈ ਬਹੁਤ। ਉਹ ਆਨੰਦ ਨਹੀਂ ਹੈ ਗੁਰੂ ਕੇ ਪਿਆਰਿਆ। ਆਨੰਦ ਤਾਂ ਬਹੁਤ ਵੱਡੀ ਵਸਤੂ ਹੈ। ਆਨੰਦ ਤਾਂ ਗਿਆਨ ਦੀ ਅਵਸਥਾ ਨੂੰ ਕਿਹਾ ਗਿਆ ਹੈ, ਬ੍ਰਹਮ ਗਿਆਨ ਦੀ ਅਵਸਥਾ ਨੂੰ ਕਿਹਾ ਗਿਆ ਹੈ। ਕਿਉਂਕਿ ਇੱਕ ਵਾਰ ਜਦੋਂ ਆਨੰਦ ਪੈਦਾ ਹੁੰਦਾ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਫਿਰ ਉਹ ਜਾਂਦਾ ਨਹੀਂ ਹੈ। ਉਹ ਆਨੰਦ ਪੈਦਾ ਕਿਸ ਤਰ੍ਹਾਂ ਹੁੰਦਾ ਹੈ ਗੁਰਮੁਖੋ? ਉਹ ਆਨੰਦ ਕੇਵਲ ਔਰ ਕੇਵਲ ਇੱਕ ਗੱਲ ਕਰਕੇ ਪੈਦਾ ਹੁੰਦਾ ਹੈ, ਇੱਕ ਅਵਸਥਾ ਕਰਕੇ ਪੈਦਾ ਹੁੰਦਾ ਹੈ। ਜਦੋਂ ਸਿਮਰਨ ਦੀ ਕਮਾਈ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਜੀਵ ਨੂੰ ਆਤਮ ਪਦ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਇਹ ਇਸ ਚੀਜ਼ ਨੂੰ ਜਾਣਦਾ ਹੈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਾਂ ਨਿਰਗੁਣ ਸਰੂਪ ਹਾਂ। ਜਿਸ ਤਰ੍ਹਾਂ ਦੇ ਵਾਹਿਗੁਰੂ ਜੀ ਹਨ ਉਸੇ ਤਰ੍ਹਾਂ ਦਾ ਮੈਂ ਹਾਂ। ਜਿਸ ਤਰ੍ਹਾਂ ਦਾ ਪਿਤਾ ਹੈ ਉਸੇ ਤਰ੍ਹਾਂ ਦਾ ਪੁੱਤਰ ਵੀ ਹੁੰਦਾ ਹੈ ਗੁਰਮੁਖੋ। ਸੋ ਇਹ ਹੈ ਆਤਮ ਦੀ ਅਵਸਥਾ। ਇਸ ਨੂੰ ਹੋਰ ਵੀ ਖੁੱਲ ਕੇ ਵਿਚਾਰਿਆ ਜਾ ਸਕਦਾ ਹੈ, ਪਰ ਫਿਰ ਬੁੱਧੀ ਭ੍ਰਮਿਤ ਹੋ ਜਾਏਗੀ ਗੁਰਮੁਖੋ, ਕਿਉਂਕਿ ਸਾਡੀ ਬੁੱਧੀ ਇੰਨੀ ਗਹਿਰਾਈ ਦੇ ਵਿੱਚ ਨਹੀਂ ਹੈ।
ਕਿ ਅਸੀਂ ਇੰਨੇ ਡੂੰਘੇ ਜਾ ਕੇ ਸਮਝ ਸਕੀਏ। ਜੇ ਮੋਟਾ ਆਪਾਂ ਵਿਚਾਰ ਨੂੰ ਰੱਖਣਾ ਕਰੀਏ ਤਾਂ ਆਤਮ ਉਹ ਹੈ ਜੋ ਨਿਰਗੁਣ ਤੇ ਚਲਿਆ ਗਿਆ ਹੈ, ਜੋ ਜਦੋਂ ਸਿਮਰਨ ਕਰਨ ਬੈਠਦਾ ਹੈ, ਨਿਤਨੇਮ ਕਰਨ ਬੈਠਦਾ ਹੈ ਤਾਂ 2-4 ਮਿੰਟ ਸਿਮਰਨ ਦੇ ਵਿੱਚ ਟਿਕਣ ਤੋਂ ਬਾਅਦ ਵਿੱਚ ਜਾਂ 2-4 ਮਿੰਟ ਗੁਰਬਾਣੀ ਦਾ ਜਾਪ ਕਰਨ ਤੋਂ ਬਾਅਦ ਵਿੱਚ ਉਸ ਦੀ ਸੁਰਤ ਆਪਣੇ ਆਪ ਸਰੀਰ ਮੰਡਲ ਨੂੰ ਛੱਡ ਕੇ ਆਤਮ ਮੰਡਲ ਨੂੰ ਚਲੀ ਜਾਂਦੀ ਹੈ। ਪਰ ਜੀਵ ਉਹ ਹੈ ਜਿਸ ਨੂੰ ਗਿਆਨ ਦੇਣ ਦੇ ਬਾਵਜੂਦ ਵੀ ਜਿਸ ਦਾ ਮਨ ਟਿਕਾਓ ਦੇ ਵਿੱਚ ਨਹੀਂ ਆਉਂਦਾ, ਜਿਸ ਦਾ ਮਨ 5 ਵਿਕਾਰਾਂ ਦੇ ਵਿੱਚ ਇਸ ਤਰ੍ਹਾਂ ਜਕੜਿਆ ਹੋਇਆ ਹੈ ਗੁਰਮੁਖੋ, ਜਿਸ ਤਰ੍ਹਾਂ ਇੱਕ ਸਰੀਰ ਨੂੰ ਸੰਗਲ ਲਾਏ ਹੋਣ ਅਤੇ ਚਾਹ ਕੇ ਵੀ ਉਹ ਛੁੱਟ ਨਾ ਸਕੇ। ਸੰਗਲ ਕਿਹੜੇ ਹਨ ਗੁਰਮੁਖੋ? ਸੰਗਲ ਬਹੁਤ ਤਰ੍ਹਾਂ ਦੇ ਆਪਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਪਏ ਹੋਏ ਹਨ। ਉਹ ਸਾਨੂੰ ਸਾਡੇ ਕਰਮਾਂ ਕਰਕੇ ਪਏ ਹੋਏ ਹਨ। ਮਾੜੇ ਕਰਮ ਕਰਨੇ ਇਹ ਵੀ ਸੰਗਲ ਹਨ। ਹਰ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਮੋਹ ਦੀ ਕਰਕੇ ਫਸਣਾ ਇਹ ਵੀ ਸੰਗਲ ਹੈ ਗੁਰਮੁਖੋ। ਹੋਰ ਵੀ ਅਨੇਕਾਂ ਤਰ੍ਹਾਂ ਦਾ ਸੰਸਾਰ ਦਾ ਜੰਜਾਲ ਜਿਹੜਾ ਆਪਾਂ ਦੇਖਦੇ ਹਾਂ ਉਹ ਸਾਰੇ ਹੀ ਸੰਗਲ ਹਨ, ਪਰ ਉਹ ਸੂਖਮ ਸੰਗਲ ਹਨ, ਸਾਨੂੰ ਨਜ਼ਰ ਨਹੀਂ ਆਉਂਦੇ। ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਮੰਤਰ, ਮੂਲ ਮੰਤਰ ਗੁਰਬਾਣੀ ਦਾ ਜਾਪ ਕਰਕੇ ਅਸੀਂ ਉਹਨਾਂ ਸੰਗਲਾਂ ਤੋਂ ਮੁਕਤ ਹੋ ਸਕਦੇ ਹਾਂ ਗੁਰਮੁਖੋ। ਉਹ ਕਿਸ ਤਰ੍ਹਾਂ ਹੋਵਾਂਗੇ? ਸਿਮਰਨ ਦੀਆਂ 4 ਅਵਸਥਾਵਾਂ ਆਪਾਂ ਆਪ ਜੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਗੁਰਮੁਖੋ। ਸੋ ਉਹਨਾਂ 4 ਅਵਸਥਾਵਾਂ ਦੇ ਦੁਆਰਾ ਆਪਾਂ ਬੈਖਰੀ, ਮੱਧਮਾ, ਪਸੰਤੀ, ਪਰਾ ਦੇ ਦੁਆਰਾ ਜਾਪ ਕਰਦੇ ਹੋਏ ਜਿਸ ਤਰ੍ਹਾਂ ਸਤਿਗੁਰੂ ਜੀ ਆਪਣੇ ਤੋਂ ਕਰਾਉਣਗੇ, ਸਤਿਗੁਰੂ ਜੀ ਕਿਰਪਾ ਕਰਨਗੇ, ਸਤਿਗੁਰੂ ਜੀ ਮਿਹਰ ਕਰਨਗੇ, ਸਤਿਗੁਰੂ ਜੀ ਤਰਸ ਕਰਨਗੇ ਤੇ ਆਪਾਂ ਉੱਚ ਅਵਸਥਾ ਨੂੰ ਜਾਣਾ ਕਰਾਂਗੇ ਗੁਰਮੁਖੋ। ਤਾਂ ਅੱਗੇ ਐਸੀ ਅਵਸਥਾ ਆਏਗੀ ਜਿੱਥੇ ਤੁਹਾਨੂੰ ਇਹ ਗਿਆਨ ਦੀ ਪ੍ਰਾਪਤੀ ਹੋਏਗੀ ਕਿ ਹਾਂ ਮੈਂ ਸਰੀਰ ਨਹੀਂ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਆਤਮ ਹਾਂ, ਮੈਂ ਵਾਹਿਗੁਰੂ ਦੇ ਚਰਨਾਂ ਦਾ ਹੀ ਰੂਪ ਹਾਂ ਗੁਰਮੁਖੋ। ਪਰ ਇਹ ਹੋਏਗਾ ਕਿਸ ਤਰ੍ਹਾਂ ਗੁਰਮੁਖੋ? ਇਹ ਨਿਰੰਤਰ ਅਭਿਆਸ ਦੇ ਨਾਲ ਹੋਏਗਾ। ਬਿਨਾਂ ਅਭਿਆਸ ਤੋਂ, ਬਿਨਾਂ ਕਮਾਈ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਸਾਧ ਸੰਗਤ ਤੋਂ, ਕਿਸੇ ਪੂਰਨ ਬ੍ਰਹਮ ਗਿਆਨੀ ਮਹਾਤਮਾ ਦੀ ਸੰਗਤ ਤੋਂ ਬਿਨਾਂ ਜਾਂ ਗੁਰਮੁਖ ਦੀ ਸੰਗਤ ਤੋਂ ਬਿਨਾਂ, ਸਤਿਗੁਰੂ ਜੀ ਦੀ ਅਪਾਰ ਕਿਰਪਾ ਤੋਂ ਬਿਨਾਂ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ ਗੁਰਮੁਖੋ। ਅੱਜ ਕਲਯੁਗ ਦੇ ਵਿੱਚ ਅਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਤੋਂ ਬਹੁਤ ਦੂਰ ਹੋ ਗਏ ਹਾਂ। ਸਾਨੂੰ ਇਹ ਲੱਗਦਾ ਹੈ ਕਿ ਗੁਰਬਾਣੀ ਕੇਵਲ ਬੁੱਧੀ ਨੂੰ ਸਹੀ ਸੇਧ ਦੇਣ ਵਾਸਤੇ ਹੈ। ਨਹੀਂ ਗੁਰਮੁਖੋ, ਗੁਰਬਾਣੀ ਜੀਵਨ ਹੈ। ਗੁਰਬਾਣੀ ਸਾਨੂੰ ਜਨਮ ਅਤੇ ਮਰਨ ਤੋਂ ਉੱਪਰ ਦਾ ਰਸਤਾ ਦਿਖਾਉਂਦੀ ਹੈ ਗੁਰਮੁਖੋ, ਕਿਉਂਕਿ ਇਹ ਗੁਰਬਾਣੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ। ਸਤਿਗੁਰੂ ਮਹਾਰਾਜ ਜੀ ਨੇ ਚਾਨਣ ਕਿਉਂ ਕਿਹਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਬਿਨਾਂ ਹੋਰ ਬਹੁਤ ਤਰ੍ਹਾਂ ਦਾ ਗਿਆਨ ਸੀ, ਜਿਸ ਦੇ ਨਾਲ ਆਪਾਂ ਆਪਣੀ ਬੁੱਧੀ ਨੂੰ ਸਹੀ ਪਾਸੇ ਲੈ ਕੇ ਜਾ ਸਕਦੇ ਸੀਗੇ। ਹੋਰ ਵੀ ਬਥੇਰੇ ਤਰ੍ਹਾਂ ਦਾ ਗਿਆਨ ਸੀ, ਪਰ ਨਹੀਂ ਗੁਰਮੁਖੋ, ਗੁਰਬਾਣੀ ਉਹ ਗਿਆਨ ਹੈ ਜੋ ਮਨ ਦੇ ਸੰਗਲਾਂ ਨੂੰ ਕੱਟ ਕੇ ਇਸ ਦੀ ਜੋ ਬਿਰਤੀ ਹੈ ਇਸ ਨੂੰ ਉੱਚਾ ਚੱਕ ਕੇ, ਜਿਸ ਨੂੰ ਆਪਾਂ ਕੌਨਸ਼ੀਅਸਨੈਸ ਆਖਦੇ ਹਾਂ, ਜਿਸ ਨੂੰ ਆਪਾਂ ਚੇਤਨਤਾ ਆਖਦੇ ਹਾਂ, ਜਿਸ ਨੂੰ ਆਪਾਂ ਬਿਰਤੀ ਆਖਦੇ ਹਾਂ, ਸੁਰਤ ਆਖਦੇ ਹਾਂ, ਜਿਸ ਨੂੰ ਆਪਾਂ ਮਨ ਆਖਦੇ ਹਾਂ, ਆਪਾਂ ਬੁੱਧੀ ਆਖਦੇ ਹਾਂ, ਇਹਨਾਂ ਸਾਰਿਆਂ ਤੋਂ ਸਾਡੀ ਬਿਰਤੀ ਚੱਕ ਕੇ ਉੱਪਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੈ ਜਾਂਦੀ ਹੈ। ਐਸੀ ਹੈ ਗੁਰਬਾਣੀ ਗੁਰਮੁਖੋ, ਐਸਾ ਹੈ ਵਾਹਿਗੁਰੂ ਦਾ ਸਿਮਰਨ, ਐਸਾ ਹੈ ਗੁਰੂ ਦਾ ਨਾਮ, ਵਾਹਿਗੁਰੂ ਮੰਤਰ, ਐਸਾ ਹੈ ਮੂਲ ਮੰਤਰ। ਸੋ ਜੀਵ ਕੌਣ ਹਨ? ਜਿਨ੍ਹਾਂ ਦੇ ਅੰਦਰ ਹਲੇ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਜਿਨ੍ਹਾਂ ਨੇ ਸਿਮਰਨ ਸ਼ੁਰੂ ਨਹੀਂ ਕੀਤਾ, ਉਹ ਜੀਵ ਅਵਸਥਾ 'ਚ ਹਨ। ਜਿਨ੍ਹਾਂ ਨੇ ਸਿਮਰਨ ਸ਼ੁਰੂ ਕਰ ਦਿੱਤਾ ਹੈ ਉਹ ਗੁਰਮੁਖਤਾਈ ਦੇ ਰਸਤੇ ਤੇ ਤੁਰ ਪਏ ਹਨ ਗੁਰਮੁਖੋ। ਤੇ ਸਹਿਜੇ ਕੀ ਹੋਏਗਾ? ਇੱਕ ਦਿਨ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ ਗੁਰਮੁਖੋ, ਤੇ ਉਹਨਾਂ ਦੀ ਅਵਸਥਾ ਖੁੱਲਦੀ ਐਸੀ ਅਵਸਥਾ ਨੂੰ ਜਾ ਆਪਣਗੇ ਤੇ ਉਹਨਾਂ ਨੂੰ ਇਤਨਾ ਦ੍ਰਿੜ ਵਿਸ਼ਵਾਸ ਹੋ ਜਾਏਗਾ, ਇਤਨੀ ਦ੍ਰਿੜ ਅਵਸਥਾ ਉਹਨਾਂ ਦੀ ਹੋ ਜਾਏਗੀ ਕਿ ਹਾਂ ਮੈਂ ਸਰੀਰ ਨਹੀਂ ਹਾਂ। ਪੁਰਾਤਨ ਗੁਰਸਿੱਖ ਜੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿੰਦੇ ਸਨ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸਾਰਿਆਂ ਦੀ ਅਵਸਥਾ ਖੁੱਲੀ ਹੁੰਦੀ ਸੀ ਗੁਰਮੁਖੋ। ਇਸੇ ਕਰਕੇ ਉਹ ਨਿਰਭੈਤਾ ਦੇ ਨਾਲ, ਨਿਰਵੈਰਤਾ ਦੇ ਨਾਲ ਜੰਗ ਕਰਦੇ ਸੀ ਅਤੇ ਜਦੋਂ ਜੰਗ ਦੇ ਵਿੱਚ ਉਹ ਜ਼ਖਮੀ ਵੀ ਹੋ ਜਾਂਦੇ ਸੀ, ਉਹਨਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਸੀ, ਤਾਂ ਉਹ ਸਰੀਰ ਦਾ ਮੋਹ ਨਾ ਹੋਣ ਕਰਕੇ, ਬਿਰਤੀ ਸਰੀਰ ਤੋਂ ਉੱਪਰ ਹੋਣ ਕਰਕੇ ਉਹ ਸਹਿਜੇ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਦੇ ਵਿੱਚ ਸਰੀਰ ਛੱਡਦੇ ਸੀ ਗੁਰਮੁਖੋ ਅਤੇ ਮੁਕਤ ਪਦ ਨੂੰ ਪ੍ਰਾਪਤ ਹੁੰਦੇ ਸੀ ਗੁਰਮੁਖੋ। ਉਹਨਾਂ ਦੇ ਅੰਦਰ ਰੋਮ ਸਿਮਰਨ ਦਾ ਵਾਸਾ ਸੀ ਗੁਰਮੁਖੋ। ਉਹਨਾਂ ਦੇ ਅੰਦਰ ਦੀ ਸਾਰੀ ਅਵਸਥਾ ਖੁੱਲ ਚੁੱਕੀ ਸੀ ਗੁਰਮੁਖੋ। ਉਹ ਵਾਹਿਗੁਰੂ ਨੂੰ ਹਰ ਪਾਸੇ ਦੇਖਦੇ ਸੀ ਗੁਰਮੁਖੋ। ਜੰਗ ਕਰਦੇ ਹੋਏ ਵੀ ਉਹਨਾਂ ਦੀ ਬਿਰਤੀ ਇੱਕ ਪਲ ਵੀ ਵਾਹਿਗੁਰੂ ਤੋਂ ਦੂਰ ਨਹੀਂ ਸੀ ਜਾਂਦੀ ਗੁਰਮੁਖੋ। ਉਹ ਐਸੇ ਗੁਰਸਿੱਖ ਸਨ। ਇਹਨਾਂ ਨੂੰ ਗੁਰਮੁਖ ਕਿਹਾ ਹੈ, ਇਹਨਾਂ ਨੂੰ ਗੁਰਸਿੱਖ ਕਿਹਾ ਹੈ। ਇਸੇ ਕਰਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਐਡੀਆਂ ਵੱਡੀਆਂ ਸ਼ਹੀਦਾਂ ਨੇ ਕੀਤੀਆਂ ਹਨ ਗੁਰਮੁਖੋ। ਨਾਮ ਸਿਮਰਨ ਦੀ ਕਮਾਈ ਤੋਂ ਬਿਨਾਂ, ਸਤਿਗੁਰੂ ਜੀ ਦੀ ਅਪਾਰ ਕਿਰਪਾ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਸ਼ਹੀਦੀ ਨਹੀਂ ਦਿੱਤੀ ਜਾ ਸਕਦੀ ਗੁਰਮੁਖੋ। ਬੰਦੇ ਦਾ ਮਨ ਡੋਲ ਜਾਏਗਾ, ਬੰਦੇ ਦਾ ਮਨ ਘਬਰਾ ਜਾਏਗਾ, ਉੱਥੇ ਭੈ ਪੀਤ ਹੋ ਜਾਏਗਾ ਗੁਰਮੁਖੋ। ਇਸੇ ਕਰਕੇ ਦਾਸ ਆਪ ਜੀ ਸਾਰਿਆਂ ਦੇ ਚਰਨਾਂ ਵਿੱਚ ਬਾਰ-ਬਾਰ ਇੱਕੋ ਹੀ ਬੇਨਤੀ ਕਰਦਾ ਹੈ ਕਿ ਅਭਿਆਸ ਜਿੰਨਾ ਹੋ ਸਕੇ ਉਸ ਨੂੰ ਵਧਾਓ ਗੁਰਮੁਖੋ।
ਜਿੰਨਾ ਸਿਮਰਨ ਦੇ ਵਿੱਚ ਵੱਧ ਤੋਂ ਵੱਧ ਗਹਿਰਾਈ ਦੇ ਵਿੱਚ ਜਾ ਸਕਦੇ ਹੋ ਜਾਓ ਗੁਰਮੁਖੋ। ਪਰ ਸਿਮਰਨ 'ਚ ਬੈਠਣ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਬੇਨਤੀ ਕਰਨੀ ਹੈ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮਿਹਰ ਕਰਕੇ ਸਿਮਰਨ 'ਚ ਬਿਠਾਓ ਅਤੇ ਸਿਮਰਨ ਦੇ ਵਿੱਚ ਮਨ ਟਿਕਾਓ। ਸਤਿਗੁਰੂ ਹਾਜ਼ਰ ਨਾਜ਼ਰ ਨੇ, ਸਤਿਗੁਰੂ ਕਿਤੇ ਵੀ ਨਹੀਂ ਗਏ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਤਾਂ ਸਾਰਿਆਂ ਦੇ ਅੰਦਰ ਬੈਠੇ ਹਨ, ਸਤਿਗੁਰੂ ਤਾਂ ਹਰ ਪਾਸੇ ਪਸਰ ਰਹੇ ਹਨ। ਪਰ ਜਦੋਂ ਉਹਨਾਂ ਦੀ ਕਿਰਪਾ ਹੋ ਜਾਏਗੀ ਤਾਂ ਸਾਡੀ ਇਹ ਅਵਸਥਾ ਬਣਾਏਗੀ ਕਿ ਸਾਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨ ਸਰਬ ਪਾਸੇ ਨਜ਼ਰ ਆਉਣਗੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਗੁਣ ਸਰੂਪ ਨਜ਼ਰ ਆਏਗਾ ਅਤੇ ਆਪਣਾ ਆਪਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਨਜ਼ਰ ਆਏਗਾ ਅਤੇ ਵਾਹਿਗੁਰੂ ਅੰਦਰ ਬਾਹਰ ਭਾਸੇਗਾ ਗੁਰਮੁਖੋ। ਪਰ ਇਹ ਹੋਏਗਾ ਸਿਮਰਨ ਦੇ ਨਾਲ। ਸੋ ਆਪਾਂ ਜੀਵ ਅਵਸਥਾ ਨੂੰ ਛੱਡ ਕੇ ਆਤਮ ਪਦ ਵੱਲ ਨੂੰ ਜਾਣਾ ਹੈ ਗੁਰਮੁਖੋ। ਇਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਇਸੇ ਕਰਕੇ ਮਹਾਰਾਜ ਜੀ ਨੇ ਆਖਿਆ ਹੈ, ਪਹਿਲਾ ਮਰਨ ਕਬੂਲ जीवन की छाड़ आस हो सबन की रेणुका तो आओ हमारे पास। इतनी की बेनती प्रवान कर लेनी जियो। वाहिगुरु जी का खालसा वाहिगुरु जी की